ਹੁਣ ਬੇਟਾ ਆਪਾਂ 6ਵੀਂ ਕਲਾਸ ਦਾ ਅਧਿਆਇ 3 ਸੰਖਿਆਵਾਂ ਨਾਲ ਖੇਡਣਾ ਪਲੇਇੰਗ ਵਿਦ ਨੰਬਰਸ ਦੇ ਅਭਿਆਸ 3.5 ਦਾ ਦੂਜਾ ਸਵਾਲ ਕਰ ਰਹੇ ਹਾਂ। ਧਿਆਨ ਨਾਲ ਦੇਖਣਾ ਹੈ, ਬਹੁਤ ਹੀ ਸੌਖਾ ਸਵਾਲ ਹੈ। ਕਹਿੰਦਾ ਇੱਥੇ 60 ਦੇ ਲਈ ਦੋ ਅਲੱਗ-ਅਲੱਗ ਗੁਣਨਖੰਡ ਦਰਖਤ ਦਿੱਤੇ ਗਏ ਹਨ। ਇਸ ਵਿੱਚ ਅਗਿਆਤ ਸੰਖਿਆਵਾਂ ਲੱਭੋ ਜਾਂ ਲਿਖੋ। ਹੇਅਰ ਆਰ ਟੂ ਡਿਫਰੈਂਟ ਫੈਕਟਰ ਟਰੀ। ਗੁਣਨਖੰਡ ਦਰਖਤ ਜਾਂ ਫੈਕਟਰ ਟਰੀ ਕਿਹਦੇ 60 ਦੇ ਬਣਾਏ ਗਏ ਨੇ। ਰਾਈਟ ਦ ਮਿਸਿੰਗ ਨੰਬਰ। ਅਗਿਆਤ ਮਤਲਬ ਅਗਿਆਤ ਸੰਖਿਆਵਾਂ ਕੀ ਹੋ ਗਈਆਂ, ਮਿਸਿੰਗ ਨੰਬਰਸ ਹੋ ਗਈਆਂ। ਦੇਖੋ ਧਿਆਨ ਨਾਲ ਪਹਿਲਾ ਸਵਾਲ ਤੁਸੀਂ। ਹੁਣ ਇੱਥੇ ਲਿਖਿਆ 60। 60 ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। 6 ਤੇ 10 ਬਿਲਕੁਲ ਸਹੀ ਹੈ। 10 6 का 60 ही ਹੁੰਦਾ ਹੈ, ਬਿਲਕੁਲ ਸਹੀ ਵੰਡਿਆ ਗਿਆ ਹੈ। ਅੱਗੇ 6 ਨੂੰ ਅੱਗੇ ਦੋ ਭਾਗਾਂ 'ਚ ਵੰਡਿਆ ਗਿਆ। 6 ਦੇ ਪਹਿਲੇ ਭਾਗ ਦੇ ਵਿੱਚ ਕੀ ਹੈ, ਦੇਖੋ 2, ਬਿਲਕੁਲ ਠੀਕ। ਤਾਂ ਹੁਣ ਦੱਸੋ ਦੂਜੇ ਭਾਗ 'ਚ ਕੀ ਆਏਗਾ। ਹਾਂ ਬਿਲਕੁਲ ਠੀਕ, ਕਿਉਂਕਿ 2 ਦੇ ਪੜ੍ਹ ਤੇ 6 ਕਦੋਂ ਆਉਂਦਾ ਹੈ, 3 ਤੇ। ਇਹ ਸਾਡਾ ਆਨਸਰ ਹੋ ਗਿਆ ਬੇਟਾ, ਲੱਗੀ ਸਮਝ। ਇਸੇ ਤਰ੍ਹਾਂ 10 ਨੂੰ ਦੋ ਭਾਗਾਂ 'ਚ ਵੰਡਿਆ ਗਿਆ। 10 ਦੇ ਪਹਾੜੇ 10 ਨੂੰ ਤੋੜਿਆ 5 ਤੇ ਹੁਣ ਕੀ ਆਊਗਾ, 5 दूनी 10, बिल्कुल ठीक। असी पहाड़ा कंप्लीट करना है कि 5 ते 2 गुणा करके 10 आता है, 2 ते 3 गुणा करके 6 आता है, तो 10 ते 6 गुणा करके 60 आता है। इस तरह साडा फैक्टर ट्री या गुणनखंड दरख्त पूरा हो गया है। हुण इहदा ही दूजा गुणनखंड दरख्त देखते हैं आपां। असीं हुण इत्थे देखो 60 है, 60 ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। एक 30 ਤੇ एक ਕੀ ਹੋਵੇਗਾ। 30 ਦਾ ਪਹਾੜਾ ਪੜਨਾ बेटा। ਸਾਰਿਆਂ ਨੂੰ ਵੈਸੇ ਪਤਾ ਹੋਏਗਾ ਕਿ 30 दूनी 60 ਹੁੰਦਾ ਹੈ। 30 ਤੇ 30 60 ਹੁੰਦਾ, ਇਸ ਕਰਕੇ ਇੱਥੇ 2 ਆਏਗਾ। ਕਲੀਅਰ। ਹੁਣ 30 ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ। 10 ਦੇ ਪਹਾੜੇ ਤੇ 30 ਕਦੋਂ ਆਉਂਦਾ ਹੈ, 10 ਤੀਆ 30। ਹੁਣ 10 ਨੂੰ ਅੱਗੇ ਦੋ ਭਾਗਾਂ 'ਚ ਵੰਡਿਆ ਜਾ ਰਿਹਾ ਹੈ। 10 ਨੂੰ ਤਾਂ ਤੁਹਾਨੂੰ ਪਤਾ ਹੀ ਹੈ, 5 दूनी 10 ਹੁੰਦਾ। ਇੱਥੇ 2, ਇੱਥੇ 5 ਜਾਂ ਇੱਥੇ 5, ਇੱਥੇ 2, ਜਿੱਥੇ ਮਰਜ਼ੀ। ਇੱਕ ਖਾਨੇ ਵਿੱਚ 2 ਤੇ ਇੱਕ ਖਾਨੇ ਵਿੱਚ 5 ਲਿਖਿਆ ਜਾਏਗਾ। जिस मर्जी तरीके ਨਾਲ ਤੁਸੀਂ ਲਿਖ ਸਕਦੇ ਹੋ। ਕੰਡੀਸ਼ਨ ਕੋਈ ਨਹੀਂ ਕਿ 5 ਕਿੱਥੇ ਲਿਖਣਾ ਹੈ। ਤੁਹਾਡਾ ਬਸ ਇਹ ਫੈਕਟਰ ਟਰੀ ਕੰਪਲੀਟ ਕਰਨਾ ਮਤਲਬ ਸੀਗਾ ਕਿ 10 ਨੇ ਜੇ ਦੋ ਭਾਗਾਂ 'ਚ ਵੰਡਿਆ ਗਿਆ ਤਾਂ ਉਹਨਾਂ ਦਾ ਗੁਣਾ 10 ਹੀ ਹੋਣਾ ਚਾਹੀਦਾ ਹੈ। 30 ਨੂੰ ਦੋ ਭਾਗਾਂ 'ਚ ਵੰਡਿਆ ਗਿਆ ਤਾਂ ਉਹਨਾਂ ਦਾ ਗੁਣਾ 30 ਹੋਣਾ ਚਾਹੀਦਾ ਸੀਗਾ। 60 ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਤਾਂ ਇਹਨਾਂ ਦਾ ਗੁਣਾ ਕਰਕੇ 60 ਆਉਣਾ ਚਾਹੀਦਾ ਸੀਗਾ। ਇਸ ਤਰ੍ਹਾਂ ਤੁਹਾਡਾ ਦੂਜਾ ਸਵਾਲ ਇਸ ਅਭਿਆਸ ਦਾ ਕੰਪਲੀਟ ਹੋ ਗਿਆ ਹੈ। ਉਮੀਦ ਕਰ ਰਿਹਾ ਤੁਹਾਨੂੰ ਸਮਝ ਆਇਆ ਹੋਵੇਗਾ। ਹੁਣ ਆਪਾਂ ਤੀਜੇ ਸਵਾਲ ਨੂੰ ਚੱਲਦੇ ਹਾਂ। ਤੀਜਾ ਸਵਾਲ ਕਹਿੰਦਾ ਬੇਟਾ ਕਿ ਇੱਕ ਭਾਜ ਸੰਖਿਆ ਦੇ ਅਭਾਜ ਗੁਣਨਖੰਡਾਂ ਵਿੱਚ ਕਿਹੜੇ ਗੁਣਨਖੰਡਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਅਭਾਜ ਬੇਟਾ, ਅਸੀਂ ਕਿਸੇ ਸੰਖਿਆ ਦੇ ਜਦੋਂ ਅਭਾਜ ਗੁਣਨਖੰਡ ਬਣਾਉਂਦੇ ਹਾਂ ਨਾ, ਫਿਰ ਕੀ ਕਰਦੇ ਹਾਂ, ਇੱਕ ਤਾਂ ਉਸ ਨੂੰ ਇੱਕ ਨੂੰ ਸ਼ਾਮਿਲ ਨਹੀਂ ਕਰਦੇ। ਇੱਕ ਕਦੇ ਵੀ ਅਭਾਜ ਸੰਖਿਆ ਨਹੀਂ ਹੁੰਦੀ ਤੇ ਖੁਦ ਉਸ ਨੂੰ ਵੀ ਨਹੀਂ ਲੈਂਦੇ ਨੇ। ਕਿਹਨੂੰ, ਭਾਜ ਸੰਖਿਆ ਨੂੰ। ਇਸ ਗੱਲ ਦਾ ਧਿਆਨ ਰੱਖਣਾ। ਭਾਜ ਸੰਖਿਆ ਦੇ ਅਭਾਜ ਗੁਣਨਖੰਡ ਬਣਾ ਰਹੇ ਆਪਾਂ। ਵਿਚ ਫੈਕਟਰ ਆਫ ਆਰ ਨਾਟ ਇਨਕਲੂਡਿਡ ਇਨ ਦ ਪ੍ਰਾਈਮ ਫੈਕਟਰਾਈਜੇਸ਼ਨ ਆਫ ਕੰਪੋਜ਼ਿਟ ਨੰਬਰ। ਇਸ ਗੱਲ ਦਾ ਧਿਆਨ ਰੱਖਣਾ ਹੈ। ਕੰਪੋਜ਼ਿਟ ਨੰਬਰ ਦੇ ਜਦੋਂ ਅਸੀਂ ਪ੍ਰਾਈਮ ਫੈਕਟਰਸ ਬਣਾਉਂਦੇ ਹਾਂ ਤਾਂ ਕਿਹੜੀ ਰਕਮਾਂ ਨੂੰ ਅਸੀਂ ਨਹੀਂ ਲੈਂਦੇ ਹਨ। ਸਭ ਤੋਂ ਪਹਿਲਾਂ ਕੀ ਲਿਖਾਂਗੇ, ਇੱਕ ਤਾਂ ਇੱਕ ਨੂੰ ਅਤੇ ਉਹ ਸੰਖਿਆ ਆਪ। इंग्लिश वाले बच्चे की लिखेंगे 1 एंड नंबर इटसेल्फ। बस इन्ना जान से है कि ਜਦੋਂ ਵੀ ਕਿਸੇ ਭਾਜ ਸੰਖਿਆ ਦੇ ਅਭਾਜ ਗੁਣਨਖੰਡ ਬਣਾਏ ਜਾਂਦੇ ਹਨ ਤਾਂ ਉਹਨਾਂ ਵਿੱਚ ਨਾ ਤਾਂ ਇੱਕ ਲਿਆ ਜਾਂਦਾ, ਨਾ ਹੀ ਉਹ ਵਾਲੀ ਭਾਜ ਸੰਖਿਆ ਆਪ ਲਈ ਜਾਂਦੀ ਹੈ। ਮੈਂ ਤੁਹਾਨੂੰ ਹੁਣੇ ਦੱਸੂਗਾ ਕਿਸ ਤਰੀਕੇ ਨਾਲ ਅਸੀਂ ਅਭਾਜ ਗੁਣਨਖੰਡ ਬਣਾਉਂਦੇ ਹਾਂ। ਹੁਣ ਅਗਲਾ ਸਵਾਲ ਦੇਖਦੇ ਹਾਂ ਅਸੀਂ। 4 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਲਿਖੋ ਅਤੇ ਉਸ ਦੇ ਅਭਾਜ ਗੁਣਨਖੰਡ ਵੀ ਬਣਾਓ। ਹੁਣ ਇੱਥੇ ਤੁਹਾਨੂੰ ਅਭਾਜ ਗੁਣਨਖੰਡ ਬਣਾਉਣੇ ਵੀ ਸਮਝਾਏ ਜਾਣਗੇ। ਸਭ ਤੋਂ ਪਹਿਲਾਂ ਅਸੀਂ 4 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਲਿਖਣੀ ਹੈ। ਹੁਣ ਤੁਹਾਨੂੰ ਪਤਾ ਹੀ ਹੋਏਗਾ, ਤੁਸੀਂ 4 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਜਦੋਂ ਬਣਾਉਣੀ ਹੁੰਦੀ ਹੈ ਤਾਂ ਤੁਸੀਂ 1 ਤੋਂ ਸ਼ੁਰੂ ਕਰਕੇ ਅੱਗੇ 0 ਲਗਾਉਂਦੇ ਹੋ। ਮਤਲਬ ਬੇਟੇ ਇੱਥੇ ਵੱਡੀ ਸੰਖਿਆ ਲਈ ਕਿਹਾ ਗਿਆ ਸੀਗਾ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਲਿਖਣੀ ਹੈ
ਰਾਈਟ ਦ ਗ੍ਰੇਟੈਸਟ 4 ਡਿਜਿਟ ਨੰਬਰ। ਤੇ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿੱਦਾਂ ਲਿਖਦੇ ਹਾਂ ਅਸੀਂ? 9 ਪਾਉਂਦੇ ਹਾਂ, 1 9, ਦੂਜਾ 9, ਤੀਜਾ 9 ਤੇ ਚੌਥਾ 9। ਇਸ ਤਰ੍ਹਾਂ ਅਸੀਂ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਲਿਖੀ ਦੀ ਹੈ। ਲੇਕਿਨ ਜੇ ਇੱਥੇ ਇਸੇ ਸਵਾਲ ਦੇ ਵਿੱਚ 4 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਕਿਹਾ ਗਿਆ ਹੁੰਦਾ, ਫਿਰ ਅਸੀਂ ਕੀ ਕਰਦੇ ਹੁੰਦੇ ਹਾਂ? 1 ਪਾ ਕੇ ਜ਼ੀਰੋਆਂ ਲਗਾਉਂਦੇ ਹਾਂ, 1 2 3, ਕਿਉਂਕਿ ਇੱਕ ਵੀ ਤਾਂ ਅੱਗੇ ਲਿਖਿਆ ਹੈ ਨਾ, 1 2 3 4, ਤੇ ਇਹ ਹੋ ਗਈ 4 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ। ਪਰ ਹਜੇ ਆਪਾਂ ਨੂੰ ਇਹ ਨਹੀਂ ਕਿਹਾ ਗਿਆ, ਸਾਨੂੰ ਕਿਹਾ ਗਿਆ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਲਿਖੋ। ਅਸੀਂ ਲਿਖ ਚੁੱਕੇ ਹਾਂ। ਹੁਣ ਉਹ ਕਹਿ ਰਿਹਾ ਹੈ ਕਿ ਅਤੇ ਇਸ ਨੂੰ ਅਭਾਜ ਗੁਣਨਖੰਡ ਦੇ ਰੂਪ ਵਿੱਚ ਵੀ ਲਿਖੋ। ਹੁਣ ਇਹਦੇ ਅਸੀਂ ਅਭਾਜ ਗੁਣਨਖੰਡ ਬਣਾਵਾਂਗੇ। ਧਿਆਨ ਨਾਲ ਦੇਖਣਾ ਹੈ। ਸਭ ਤੋਂ ਪਹਿਲੇ ਜਦੋਂ ਵੀ ਤੁਸੀਂ ਅਭਾਜ ਗੁਣਨਖੰਡ ਬਣਾਉਣੇ ਨੇ, ਤੁਸੀਂ ਇਸ ਤਰ੍ਹਾਂ ਬੇਟਾ ਆਪਣੇ ਨੰਬਰ ਨੂੰ ਇਹਦੇ ਵਿੱਚ ਲਿਖ ਲੈਣਾ ਹੈ। ਤੇ ਜਦੋਂ ਵੀ ਅਸੀਂ ਅਭਾਜ ਗੁਣਨਖੰਡ ਬਣਾਉਣੇ ਹੁੰਦੇ ਹਨ, ਸਾਨੂੰ ਅਭਾਜ ਸੰਖਿਆਵਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ ਬੇਟਾ। ਸਾਡੇ ਕੋਲ ਜਿਹੜੀਆਂ ਅਭਾਜ ਸੰਖਿਆਵਾਂ ਨੇ ਉਹ ਹੁੰਦੀਆਂ ਨੇ 2, ਫਿਰ 3, ਫਿਰ 5, ਫਿਰ 7, 11, 13, 17, 19, 23। ਇਸ ਤਰ੍ਹਾਂ ਸਾਡੇ ਕੋਲ ਬਹੁਤ ਸਾਰੀਆਂ ਅਭਾਜ ਸੰਖਿਆਵਾਂ ਹੋ ਸਕਦੀਆਂ ਹਨ। ਮੈਂ ਤੁਹਾਨੂੰ ਆਪਣੀ ਵੀਡੀਓਜ਼ ਦੇ ਵਿੱਚ ਦੱਸਿਆ ਵੀ ਹੋਇਆ ਹੈ ਕਿ 1 ਤੋਂ ਲੈ ਕੇ 100 ਤੱਕ ਦੀਆਂ ਅਭਾਜ ਸੰਖਿਆਵਾਂ ਕਿਵੇਂ ਲੱਭੀਏ। ਤੁਸੀਂ ਮੇਰੇ ਚੈਨਲ 'ਤੇ ਜਾ ਕੇ ਲੱਭ ਸਕਦੇ ਹੋ, ਪ੍ਰਾਈਮ ਨੰਬਰਸ ਫਰੋਮ 1 to 100। ਹੁਣ ਇਹ ਅਭਾਜ ਸੰਖਿਆਵਾਂ ਤੁਹਾਨੂੰ ਯਾਦ ਹਨ, ਇਸ ਨੂੰ ਮੈਂ ਮੰਨ ਕੇ ਚੱਲ ਰਿਹਾ ਹਾਂ, ਕਿਉਂਕਿ ਜਦੋਂ ਤੱਕ ਸਾਨੂੰ ਅਭਾਜ ਸੰਖਿਆਵਾਂ ਬਾਰੇ ਹੀ ਨਹੀਂ ਪਤਾ ਤਾਂ ਅਸੀਂ ਅਭਾਜ ਸੰਖਿਆਵਾਂ ਤੋਂ ਅਭਾਜ ਗੁਣਨਖੰਡ ਨਹੀਂ ਪਤਾ ਕਰ ਸਕਦੇ। ਹੁਣ ਦੇਖੋ, ਸਭ ਤੋਂ ਪਹਿਲਾਂ 2 ਹੈ, ਦੇਖਣਾ ਹੈ ਕਿ ਇਹ 2 ਦੇ ਪਾੜੇ 'ਤੇ ਜਾਏਗਾ। ਹੁਣ ਯਾਦ ਰੱਖਣਾ ਹੈ ਬੇਟਾ ਕਿ 2 ਦੇ ਪਾੜੇ 'ਤੇ ਕੋਈ ਰਕਮ ਕਦੋਂ ਜਾਂਦੀ ਹੈ? 2 ਦੇ ਪਾੜੇ 'ਤੇ ਰਕਮ ਉਦੋਂ ਹੀ ਜਾਏਗੀ ਜੇ ਉਸ ਰਕਮ ਦਾ ਅਖੀਰਲਾ ਅੱਖਰ ਜਿਸਤ ਸੰਖਿਆ ਹੋਵੇਗਾ। ਇਸ ਗੱਲ ਦਾ ਧਿਆਨ ਰੱਖਣਾ ਹੈ। 0 2 4 6 ਤੇ 8, ਜੇ ਅਖੀਰਲਾ ਅੱਖਰ ਜਿਸਤ ਸੰਖਿਆ ਹੋਵੇਗਾ ਤਾਂ ਇਹ ਸੰਖਿਆ 2 ਦੇ ਪਾੜੇ 'ਤੇ ਜਾਏਗੀ, ਨਹੀਂ ਤਾਂ ਇਹ ਸੰਖਿਆ 2 ਦੇ ਪਾੜੇ 'ਤੇ ਨਹੀਂ ਜਾਏਗੀ। ਇਸ ਗੱਲ ਦਾ ਕਲੀਅਰ ਹੋ ਗਿਆ ਧਿਆਨ। ਹੁਣ ਦੇਖੋ, 3 ਦੇ ਪਾੜੇ 'ਤੇ ਕੋਈ ਸੰਖਿਆ ਕਦੋਂ ਜਾਂਦੀ ਹੈ? 3 ਦੇ ਪਾੜੇ 'ਤੇ ਕੋਈ ਸੰਖਿਆ ਉਦੋਂ ਜਾਂਦੀ ਹੈ ਜੇ ਉਸ ਦੇ ਅੰਕਾਂ ਦਾ ਜੋੜ 3 ਦੇ ਪਾੜੇ 'ਤੇ ਆਉਂਦਾ ਹੈ। ਅੰਕਾਂ ਦਾ ਜੋੜ ਮਤਲਬ 9 9 9 9 9 ਨੂੰ 9 ਨਾਲ ਜੋੜਿਆ 18 ਨੂੰ 27 ਨੂੰ 36, ਤੇ ਬਿਲਕੁਲ ਸਹੀ ਹੈ। 3 ਦੇ ਪਾੜੇ 'ਤੇ ਜਾਏਗੀ ਰਕਮ, ਤੇ ਅਸੀਂ ਹੁਣ 3 ਨਾਲ ਇਸ ਨੂੰ ਭਾਗ ਕਰਾਂਗੇ। ਤੇ ਕਿਉਂਕਿ ਇਹ ਰਕਮ ਬਹੁਤ ਸੌਖੀ ਹੈ, ਭਾਗ ਕਰਨ ਦੀ ਲੋੜ ਨਹੀਂ ਹੈ। 3 ਤੀਆ 9, 3 ਤੀਆ 9, 3 ਤੀਆ 9, 3 ਤੀਆ 9, ਤੇ 3 ਨਾਲ ਇਹ ਬਹੁਤ ਸੌਖੇ ਢੰਗ ਨਾਲ ਭਾਗ ਹੋ ਗਈ ਹੈ, ਇਸ ਲਈ ਸਾਨੂੰ ਭਾਗ ਕਰਨ ਦੀ ਲੋੜ ਨਹੀਂ ਪਈ। ਹੁਣ ਫਿਰ ਦੁਬਾਰਾ ਦੇਖਣਾ ਹੈ ਬੇਟਾ, ਜਿਹੜੀ ਰਕਮ ਇੱਕ ਵਾਰੀ ਕੱਟ ਚੁੱਕੀ ਹੈ ਕਿ 2 ਦੇ ਪਾੜੇ 'ਤੇ ਨਹੀਂ ਜਾਂਦਾ, ਉਹ ਦੁਬਾਰਾ ਨਹੀਂ ਦੇਖੀ ਜਾਏਗੀ। ਹੁਣ 3 ਦੇ ਪਾੜੇ ਤੱਕ ਨਹੀਂ ਕੱਟਿਆ ਗਿਆ ਨਾ, ਫਿਰ 3 ਦੇ ਪਾੜੇ 'ਤੇ ਚੈੱਕ ਕਰੋ। ਯੈਸ, ਇਹ 3 ਦੇ ਪਾੜੇ 'ਤੇ ਫਿਰ ਜਾ ਰਹੀ ਹੈ। 3 ਏਕਮ 3, 3 ਏਕਮ 3, 3 ਏਕਮ 3 ਤੇ 3 ਏਕਮ 3। ਹੁਣ ਫਿਰ ਦੁਬਾਰਾ ਅਸੀਂ ਇਹਨੂੰ ਭਾਗ ਕਰਨਾ ਹੈ। 2 ਤਾਂ ਕੱਟਿਆ ਹੋਇਆ ਹੈ, 3 ਤੇ ਵਾਰੀ ਆਉਂਦੀ ਹੈ, ਪਰ ਇਹਦੇ ਅੰਕਾਂ ਦਾ ਜੋੜ ਹੁਣ ਕੀਤਾ ਗਿਆ 1 2 3 4 4 ਆਇਆ ਨਾ ਜੋੜ ਕਰਕੇ, 1 1 2 1 3 1 4, ਉਹ ਜੋ ਕਿ 3 ਦੇ ਪਾੜੇ 'ਤੇ ਨਹੀਂ ਜਾਂਦਾ ਹੈ, ਇਹ ਵੀ ਨਹੀਂ ਜਾਏਗਾ, ਪਾੜਾ ਕੱਟ ਗਿਆ। ਹੁਣ 5 ਦੇ ਪਾੜੇ 'ਤੇ ਕਦੋਂ ਕੋਈ ਰਕਮ ਜਾਂਦੀ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ। 5 ਦੇ ਪਾੜੇ 'ਤੇ ਕੋਈ ਰਕਮ ਉਦੋਂ ਜਾਏਗੀ ਜੇ ਉਸ ਦਾ ਅਖੀਰਲਾ ਅੱਖਰ 0 ਜਾਂ 5 ਹੋਵੇ। ਨਾ ਤੁਹਾਡੇ ਕੋਲ ਅਖੀਰਲਾ ਅੱਖਰ 0 ਹੈ, ਨਾ ਅਖੀਰਲਾ ਅੱਖਰ 5 ਹੈ, ਇਹਦਾ ਮਤਲਬ 5 ਦਾ ਪਾੜਾ ਵੀ ਤੁਹਾਡਾ ਕੱਟਿਆ ਗਿਆ। ਹੁਣ ਆਪਾਂ ਚੈੱਕ ਕਰਾਂਗੇ 7 ਦੇ ਪਾੜੇ 'ਤੇ। 7 ਦੇ ਪਾੜੇ ਲਈ ਸਾਨੂੰ ਭਾਗ ਕਰਨੀ ਪਏਗੀ। ਇਹ ਸਾਡਾ ਰਫ ਵਰਕ ਹੈ ਬੇਟਾ, ਇਸ ਗੱਲ ਦਾ ਧਿਆਨ ਰੱਖਣਾ ਹੈ। ਇੱਥੇ ਅਸੀਂ ਰਫ ਵਰਕ ਕਰਾਂਗੇ। ਅਸੀਂ ਸਭ ਤੋਂ ਪਹਿਲਾਂ 1 1 1 1 ਨੂੰ 7 ਨਾਲ ਭਾਗ ਕਰਕੇ ਦੇਖਦੇ ਹਾਂ ਕਿ ਭਾਗ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ ਹੈ। 7 ਏਕਮ 7 ਬਕਾਇਆ 4 ਉੱਪਰੋਂ ਉਤਾਰ ਲਿਆ 1, 7 ਪੰਜਾ 35 ਬਕਾਇਆ 6 ਉੱਪਰੋਂ ਉਤਾਰ ਲਿਆ 1, ਪਰ 7 ਦੇ ਪਾੜੇ 'ਤੇ ਕਾਠ ਨਹੀਂ ਆਉਂਦਾ ਹੈ। ਇਸ ਦਾ ਮਤਲਬ 7 ਵੀ ਸਾਡਾ ਕੱਟਿਆ ਗਿਆ ਹੈ, 7 ਸਾਡਾ ਭਾਗ ਪੂਰੀ ਨਹੀਂ ਕਰ ਰਿਹਾ ਹੈ। ਹੁਣ ਵਾਰੀ ਆਉਂਦੀ ਬੇਟਾ 11 ਦੀ। ਹੁਣ ਆਪਾਂ 11 ਨਾਲ ਭਾਗ ਕਰਾਂਗੇ। ਧਿਆਨ ਨਾਲ ਦੇਖਿਓ ਸਾਰੇ, 1 1 1 1 ਨੂੰ 11 ਨਾਲ ਭਾਗ ਕਰਿਆ, 11 ਏਕਮ 11 ਉੱਪਰੋਂ ਉਤਾਰ ਲਿਆ ਬੇਟਾ 1, ਜੋ ਕਿ ਛੋਟੀ ਰਕਮ ਹੈ, 0 लगा के दूसरी रकम भी उतार ली, 11 ਏਕਮ 11, ਬਿਲਕੁਲ ਸਹੀ। 11 ਦੇ ਪਾੜੇ 'ਤੇ ਜਾ ਰਹੀ ਹੈ ਰਕਮ 101 ਤੇ। तो याद रखियो 101 तो आप ही एक अभाज्य संख्या है जो किसी के पाड़े ते नहीं जाती, सिर्फ अपने ही पाड़े ते जाती है।
तो इस तरह असी इस रकम के अभाज्य गुणनखंड भी बना लए ने, जो कि साडे कोल की आए ने 9,9,9,9 बराबर 3 गुणा 11 गुणा 101। इस सवाल का बेटा आंसर होएगा, जिहड़ा कि असी अभाज्य गुणनखंड पता करके ही प्राप्त किया है। ध्यान नाल समझना है कि अभाज्य संख्यावां लिखण तो बाद हर एक अभाज्य संख्यावां नाल भाग करनी हुंदी है, पर मैं तुहानूं 3 अभाज्य संख्यावां दे बारे दस्सिया है कि 2 नाल भाग करन दी लोड़ नहीं। पहला देख लो कि अखीरला अखर इन्हां पंजां चों कोई है, फिर भाग करो। ठीक है ना, 3 नाल भाग करन दी लोड़ नहीं है। पहला ये देख लो कि उहदे अंकां दा जोड़ 3 ते आ रहा है कि नहीं आ रहा है। 5 नाल सीधी भाग ना करो, देख लो कि उहदे अंत विच 0 या 5 आ रहा है तो भाग करो, नहीं तो ना करो। बाकी सारिਆਂ नाल भाग करके देखनी हुंदी है। हुण बेटा 5वें सवाल च कहा जा रहा है कि 5 अंकां दी सब तो छोटी संख्या लिखो। हुण सब तो छोटी संख्या लिखनी है बेटा, मैं तुहानूं दस्सिया ना कदों भी जदों भी छोटी संख्या लिखनी होवे तां आपां 1 तो बाद 0 लगांदे ने। हुण ध्यान नाल देखना तुसीं, आपां लिख लिया बेटा 5 अंकां दी सब तो छोटी संख्या किहड़ी हुंदी है, 1 लगा के अगे 0 लगाने हैं ताकि पूरी संख्या 5 अंकां दी हो जाए। 1 नूं काउंट करना है, 1 2 3 4 5, मतलब 0 1 घट लगानी होंगी है। जी 5 अंकां की बनानी है तो 4 0 लगते हैं। समॉलेस्ट 5 डिजिट नंबर असी बना लिया है। हुण असी इस समॉलेस्ट 5 डिजिट नंबर के की बनाने ने, गुणनखंड अभाज्य संख्यावां। हुण तुहानूं मैं दस्सिया जदों भी अभाज्य गुणनखंड बनाने होण तो इत्थे अभाज्य संख्यावां लिख लिया करो, जिहड़ी कि साडे कोल किहड़ी-किहड़ी ने 2 3 5 7 11 13 17 19 23 अगे भी बहुत होणगियां। सब तो पहले मैं तुहानूं दस्सिया सीगा कि 2 नाल भाग कदों करनी है। 2 नाल भाग उदों करनी है जी उहदा अखीरला अखर की होवे 0 2 4 6 ਜਾਂ 8 ਹੋਵੇ। ਜੇ ਕਿਸੇ ਸੰਖਿਆ ਦਾ ਅਖੀਰਲਾ ਅੱਖਰ 0 2 4 6 8 ਵਿੱਚੋਂ ਹੋਵੇ ਤਾਂ ਅਸੀਂ ਉਸ ਨੂੰ 2 ਨਾਲ ਭਾਗ ਕਰਾਂਗੇ, ਔਰ ਬਾਕੀ ਸਾਡੇ ਕੋਲ 0 ਹੈ ਤੇ ਇਸ ਨੂੰ ਅਸੀਂ ਕਿੰਨਾ ਭਾਗ ਕਰਾਂਗੇ, 2 ਨਾਲ ਭਾਗ ਕਰਾਂਗੇ। 2 ਨਾਲ ਭਾਗ ਕਰਨੀ ਬਹੁਤ ਹੀ ਸੌਖੀ ਹੁੰਦੀ ਹੈ ਬੇਟਾ। ਕਿਸੇ ਵੀ ਰਕਮ ਨੂੰ ਜਦੋਂ 2 ਨਾਲ ਭਾਗ ਕੀਤਾ ਜਾਵੇ ਤਾਂ ਉਸ ਦਾ ਅੱਧਾ ਕਰਨਾ ਹੁੰਦਾ ਹੈ। ਜਿੱਦਾਂ ਸਭ ਤੋਂ ਪਹਿਲੇ 2 ਅੱਖਰ ਪੜੋ, 10 ਹੈ, 10 ਦਾ ਅੱਧਾ ਕਿੰਨਾ ਹੁੰਦਾ ਹੈ, 5। 10 ਦਾ ਅੱਧਾ 5, ਬਾਕੀ 3 ਜ਼ੀਰੋਆਂ ਲਗਾ ਦਿਓ। ਅਸੀਂ 10 ਦਾ ਅੱਧਾ ਕੀਤਾ ਸੀ ਨਾ, ਤੇ ਅਸੀਂ ਉਹਦਾ ਬਾਅਦ ਸਾਰੀਆਂ 0 ਲਗਾ ਦਿੱਤੀਆਂ ਨੇ। ਹੁਣ ਅੱਗੇ ਦੇਖੋ, ਫਿਰ ਅਖੀਰ 'ਚ 0, ਜਦੋਂ ਤੱਕ ਅਖੀਰ 'ਚ 0 ਤੁਸੀਂ 2 ਨਾਲ ਹੀ ਭਾਗ ਕਰੀ ਜਾਣੀ ਹੈ। ਹੁਣ 2 ਨਾਲ ਕਿੱਦਾਂ ਭਾਗ ਕਰੀਏ, ਦੇਖੋ 5000 ਨੂੰ 2 ਨਾਲ ਭਾਗ ਕਰਨੀ ਹੈ। ਧਿਆਨ ਨਾਲ ਦੇਖਣਾ ਸਾਰਿਆਂ ਨੇ, ਰਫ ਵਰਕ ਦੇ ਵਿੱਚ ਕਰਾਂਗੇ ਅਸੀਂ। ਇਹ ਜਿਹੜਾ ਆਪਾਂ ਕਰਦੇ ਹਾਂ ਇੱਧਰ ਨੂੰ, ਇਹ ਸਾਡਾ ਰਫ ਵਰਕ ਹੁੰਦਾ ਹੈ, ਕਾਪੀ ਦੇ ਸਾਈਡ 'ਤੇ ਕਰਨਾ ਹੈ। 5000 ਨੂੰ 2 ਨਾਲ ਭਾਗ ਕਰਨੀ ਹੈ बेटा। 2 दूनी 4, बकाया 1 ऊपर उतर गया 0, 2 पंजे 10, बकाया कुछ नहीं तो 2 0 ऊपर लग गया ने। इसका मतलब साडा आंसर क्या आ गया, 2500 साडा आंसर आ गया। वैसे बहुत सौखा सीगा, तुसीं ध्यान नाल देख सकते हो कि असीं जे पहले 2 अखर चक लिए 50 ਦਾ ਅੱਧਾ सारिਆਂ ਨੂੰ पता है 25 रुपये ਹੁੰਦਾ है, तो अगे 2 0 नाल लग गया। तो इस तरह भी असीं भाग कर सकते हैं 2 नाल। फिर अखीर 'ਚ 0 असीं 2 नाल भाग करांगे। फिर दोबारा सानू भाग करने की लोड़ है, असीं 2 नाल भाग करन जा रहे हैं 2500 ਨੂੰ। 2 एकम 2, बकाया कुछ नहीं, ऊपर उतर गया 5, 2 दूनी 4, बकाया 1 ऊपर उतर गया 0, 2 पंजे 10, बकाया ख़त्म। इसका मतलब 1 0 ऊपर सीधा ही लग जाएगा। तो साडा आंसर आ गया 1 2 5 0। हजे भी अखीर 'ਚ 0 है बेटा। फिर 2 ਨਾਲ भाग की जाएगी 1250 ਨੂੰ। ध्यान ਨਾਲ देखना सारे ने। ਹੁਣ ਆਪਾਂ 1250 ਨੂੰ 2 ਨਾਲ भाग ਕਰਨ ਜਾ ਰਹੇ हैं। दो छिके 12, बकाया ही ख़त्म, ऊपर उतार लिया 5, 2 दूनी 4, बकाया 1 ऊपर उतार लिया 0, 2 पंजे 10। तो इस तरह साड़ी 1250 जो 2 ਨਾਲ भाग किया गया तो साढ़े कोल की आ गया 625। हुण अखीर 'ਚ ना 0 है, ना 2 है, ना 4 है, ना 6 है, ना 8 है। मतलब 2 का पढ़ा हुण खत्म हो गया।
ਹੁਣ ਅਖੀਰ 'ਚ ਹੈ 5 ਬੇਟਾ, ਮੈਂ ਤੁਹਾਨੂੰ ਦੱਸਿਆ ਨਾ 5 ਦੇ ਪਾੜੇ 'ਤੇ ਉਦੋਂ ਹੀ ਭਾਗ ਕਰਨੀ ਜੇ ਅਖੀਰਲਾ ਅੱਖਰ 0 ਜਾਂ 5 ਹੋਵੇ। ਇਹਦਾ ਮਤਲਬ ਹੁਣ ਇੱਥੇ ਆਪਾਂ 5 ਨਾਲ ਭਾਗ ਕਰਾਂਗੇ ਕਿਸ ਨੂੰ, 625 ਨੂੰ। ਹੁਣ ਆਪਾਂ 625 ਨੂੰ 5 ਨਾਲ ਭਾਗ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਣਾ ਸਾਰਿਆਂ ਨੇ। 5 ਏਕਮ 5 ਬਕਾਇਆ 1 ਉੱਪਰ ਉਤਰ ਗਿਆ 2, 5 दूनी 10 ਬਕਾਇਆ 2 ਉੱਪਰ ਉਤਰ ਗਿਆ 5, 5 50 25। ਬਹੁਤ ਸੌਖੇ ਢੰਗ ਨਾਲ ਭਾਗ ਹੋ ਰਹੀ ਹੈ। ਜੇ ਤੁਹਾਨੂੰ ਭਾਗ ਚੰਗੀ ਤਰ੍ਹਾਂ ਆਉਂਦੀ ਹੈ ਫਿਰ ਸਵਾਲ ਕੁਛ ਵੀ ਨਹੀਂ ਹੈਗਾ। ਹੁਣ ਸੋਚਣਾ ਹੈ ਫਿਰ 125 ਕਿਹਦੇ ਪੜ੍ਹ 'ਤੇ ਜਾਏਗਾ, ਇਹਦੇ ਅਖੀਰ 'ਚ ਫਿਰ 5 ਆ ਗਿਆ, ਇਹਦਾ ਮਤਲਬ ਫਿਰ 5 ਦਾ ਪੜਾ ਹੀ ਲੱਗੇਗਾ। ਹੁਣ 125 ਨੂੰ ਅਸੀਂ 5 ਨਾਲ ਭਾਗ ਕਰਾਂਗੇ, ਧਿਆਨ ਨਾਲ ਦੇਖਣਾ ਹੈ ਤੁਸੀਂ। 5 दूनी 10 ਬਕਾਇਆ 2 ਉੱਪਰ ਉਤਰ ਗਿਆ 5 ਅਤੇ 5 50 25। ਇਹਦਾ ਮਤਲਬ ਹੁਣ ਸਾਡੇ ਕੋਲ ਕੀ ਆਂਸਰ ਆਇਆ ਹੈ, 25 ਆਇਆ ਹੈ। 25 ਦੇ ਅਖੀਰ 'ਚ ਫਿਰ 5 ਹੈ, 5 50 25, 5 ਏਕਮ 5। ਇਸ ਤਰ੍ਹਾਂ ਦੇਖੋ ਅਸੀਂ ਅਪਾਜ ਗੁਣਨਖੰਡ ਬਣਾ ਲਏ ਹਨ। ਅਤੇ ਹੁਣ ਅਸੀਂ ਅਪਾਜ ਗੁਣਨਖੰਡ ਲਿਖਾਂਗੇ ਕਿ ਸਾਡੇ ਕੋਲ 1 0 0 0 0 ਕਿਹਦੇ ਬਰਾਬਰ ਆਇਆ ਹੈ, 2 ਗੁਣਾ 2 ਗੁਣਾ 2 ਗੁਣਾ 2 ਗੁਣਾ 5 ਗੁਣਾ 5 ਗੁਣਾ 5 ਗੁਣਾ 5। ਅਤੇ ਤੁਸੀਂ ਇੱਕ ਹੋਰ ਚੀਜ਼ ਧਿਆਨ ਨਾਲ ਦੇਖ ਸਕਦੇ ਹੋ ਕਿ ਅਸੀਂ ਜਦੋਂ ਇਸ ਸੰਖਿਆ ਦੇ ਅਭਾਜ ਗੁਣਨਖੰਡ ਬਣਾਏ ਅਤੇ ਨਾ ਤਾਂ ਅਸੀਂ 1 ਲਿਆ ਅਤੇ ਨਾ ਹੀ ਇਹ ਸੰਖਿਆ ਖੁਦ ਆਪ ਲਈ। ਇਸ ਤੋਂ ਸਾਡਾ ਪਹਿਲਾ ਸਵਾਲ ਕਲੀਅਰ ਹੋ ਗਿਆ ਨਾ ਕਿ ਜਦੋਂ ਵੀ ਕਿਸੇ ਭਾਜ ਸੰਖਿਆ ਦੇ ਅਭਾਜ ਗੁਣਨਖੰਡ ਬਣਾਏ ਜਾਂਦੇ ਹਨ ਅਤੇ ਉਹਦੇ ਵਿੱਚ ਨਾ 1 ਲਿਆ ਜਾਂਦਾ ਅਤੇ ਨਾ ਹੀ ਉਹ ਸੰਖਿਆ ਖੁਦ ਆਪ ਲਈ ਜਾਂਦੀ। ਬਾਕੀ ਸਾਰੇ ਅਭਾਜ ਗੁਣਨਖੰਡ ਜਿਨ੍ਹਾਂ ਦੇ ਪਾੜੇ 'ਤੇ ਆਉਂਦਾ ਹੈ ਉਹ ਲਏ ਜਾਂਦੇ ਨੇ। ਅਤੇ ਇਹ ਸਾਡੇ ਹੁਣ 5 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਦੇ ਅਭਾਜ ਗੁਣਨਖੰਡ ਬਣ ਚੁੱਕੇ ਹਨ, ਜੋ ਕਿ ਸਾਡੇ ਇਸ ਸਵਾਲ ਦਾ ਆਨਸਰ ਹੋਏਗਾ। ਬੇਟਾ ਇਹ ਰਫ ਵਰਕ ਹੈ, ਇਸ ਨੂੰ ਤੁਸੀਂ ਕਾਪੀ ਦੇ ਵਿੱਚ ਸਾਈਡ 'ਤੇ ਇਸ ਤਰੀਕੇ ਨਾਲ ਲਾਈਨ ਲਗਾ ਕੇ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਰ ਨੇ ਕਿਸ ਤਰੀਕੇ ਨਾਲ ਇਸ ਨੂੰ ਭਾਗ ਕਰ ਕਰਕੇ ਆਨਸਰ ਪ੍ਰਾਪਤ ਕੀਤੇ ਸਨ। ਹੁਣ ਆਪਾਂ ਅਗਲਾ ਸਵਾਲ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਿਓ। ਸਵਾਲ ਹੈ ਹੁਣ ਬੇਟਾ 6ਵੇਂ ਸਵਾਲ ਦੇ ਵਿੱਚ 1729 ਦੇ ਸਾਰੇ ਅਭਾਜ ਗੁਣਨਖੰਡ ਪਤਾ ਕਰਨੇ ਨੇ। ਹੁਣ ਮਤਲਬ ਆਪਾਂ 1729 ਦੇ ਅਭਾਜ ਗੁਣਨਖੰਡ ਬਣਾਉਣ ਲੱਗੇ ਹਾਂ, ਧਿਆਨ ਨਾਲ ਦੇਖਣਾ ਤੁਸੀਂ ਸਾਰਿਆਂ ਨੇ। ਮੈਂ ਤੁਹਾਨੂੰ ਦੱਸਿਆ ਹੈ ਕਿ ਜਦੋਂ ਵੀ ਅਭਾਜ ਗੁਣਨਖੰਡ ਬਣਾਉਣੇ ਹੁੰਦੇ ਹਨ ਸਭ ਤੋਂ ਪਹਿਲਾਂ ਅਸੀਂ ਅਭਾਜ ਸੰਖਿਆਵਾਂ ਲਿਖਦੇ ਹਾਂ ਜਿਹੜੀਆਂ ਕਿ ਸਾਡੇ ਕੋਲ 2 3 5 7 11 13 17 19 23 ਹੋ ਸਕਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਚੈੱਕ ਕਰਾਂਗੇ ਕਿ 2 ਦੇ ਪਾੜੇ 'ਤੇ ਇਹ ਰਕਮ ਜਾਏਗੀ ਕਿ ਨਹੀਂ ਜਾਏਗੀ। ਅਤੇ ਮੈਂ ਤੁਹਾਨੂੰ ਦੱਸਿਆ ਸੀ ਕਿ 2 ਦੇ ਪਾੜੇ 'ਤੇ ਉਦੋਂ ਹੀ ਜਾਂਦੀ ਹੈ ਜੇ 0 2 4 6 ਅਤੇ 8 ਅਖੀਰਲੀ ਰਕਮ ਹੋਵੇ, ਪਰ ਨਹੀਂ ਹੈ, ਇਸ ਦਾ ਮਤਲਬ 2 ਦਾ ਪਾੜਾ ਕੱਟਿਆ ਗਿਆ। ਹੁਣ 3 ਦੇ ਪਾੜੇ ਦੀ ਗੱਲ ਕਰਦੇ ਹਾਂ। 3 ਦੇ ਪਾੜੇ 'ਤੇ ਮੈਂ ਤੁਹਾਨੂੰ ਸਮਝਾਇਆ ਸੀ ਕਿ ਜੇ ਅੰਕਾਂ ਦਾ ਜੋੜ 3 ਦੇ ਪਾੜੇ 'ਤੇ ਜਾਏਗਾ ਤਾਂ ਫਿਰ 3 ਨਾਲ ਭਾਗ ਹੋਏਗੀ। ਮਤਲਬ 7 9 ਦੇ ਵਿੱਚ 2 ਜੋੜੋ, 9 10 11 ਫਿਰ 7 ਜੋੜੇ 18 ਅਤੇ 19। ਕਿਆ 3 ਦੇ ਪਾੜੇ 'ਤੇ 19 ਹੁੰਦਾ ਹੈ? ਨਹੀਂ ਆਉਂਦਾ ਹੈ। ਇਹਦਾ ਮਤਲਬ 3 ਦਾ ਪਾੜਾ ਵੀ ਕੱਟਿਆ ਗਿਆ। 5 ਦਾ ਪਾੜਾ ਮੈਂ ਤੁਹਾਨੂੰ ਕਿਹਾ ਸੀ ਕਿ ਜੇ 0 ਜਾਂ 5 ਹੋਵੇ ਅਖੀਰ ਦੇ ਵਿੱਚ ਤਾਂ ਉਹ ਵੀ ਕੱਟਿਆ ਗਿਆ। ਹੁਣ ਵਾਰੀ ਕਿਹਦੀ ਆ ਗਈ? 7 ਦੇ ਪਾੜੇ ਦੀ। ਇਹਦਾ ਮਤਲਬ ਅਸੀਂ ਹੁਣ ਰਫ ਵਰਕ ਦੇ ਵਿੱਚ, ਇਹ ਸਾਡਾ ਹੁਣ ਰਫ ਵਰਕ ਸਟਾਰਟ ਹੋ ਰਿਹਾ ਹੈ, ਜਿਹੜਾ ਮੈਂ ਡੱਬਾ ਬਣਾ ਲਿਆ ਹੈ। ਅਸੀਂ ਰਫ ਵਰਕ ਦੇ ਵਿੱਚ 1729 ਨੂੰ 7 ਨਾਲ ਭਾਗ ਕਰਕੇ ਦੇਖਾਂਗੇ। ਸੱਤੂ ਦੁਨੀ 14 ਬਕਾਇਆ ਆ ਗਿਆ ਬੇਟਾ 3 ਉੱਪਰ ਉਤਾਰ ਲਿਆ ਹੈ 2। ਸੱਤੂ ਚੌਕਾ 28 ਬਕਾਇਆ ਆ ਗਿਆ ਹੈ 4 ਉੱਪਰ ਉਤਾਰ ਲਿਆ ਹੈ ਆਪਾਂ 9। ਸੱਤੂ ਸੱਤਾ 49 ਬਿਲਕੁਲ ਸਹੀ ਬੇਟਾ, ਭਾਗ ਪੂਰੀ ਹੋ ਗਈ ਹੈ। ਅਤੇ ਸਾਨੂੰ 7 ਦੇ ਨਾਲ ਕੀ ਮਿਲ ਗਿਆ ਹੈ? 2 4 7, ਜੋ ਕਿ ਸਾਡਾ ਅਗਲਾ ਪੜਾਅ ਆ ਗਿਆ ਹੈ ਕਿ 247 ਹੁਣ ਕਿਸ ਦੇ ਪਾੜੇ 'ਤੇ ਜਾਏਗਾ। ਹੁਣ 247 ਨੂੰ ਪਹਿਲਾਂ ਆਪਾਂ 7 ਨਾਲ ਹੀ ਭਾਗ ਕਰਕੇ ਦੇਖਾਂਗੇ। ਹੁਣ 247 ਨੂੰ ਅਸੀਂ ਭਾਗ ਕਰਨ ਲੱਗੇ ਹਾਂ 7 ਨਾਲ। ਸੱਤੂ ਤੀਆ 21 ਬਕਾਇਆ ਬਚ ਗਿਆ ਹੈ 3 ਉੱਪਰ ਉਤਾਰ ਲਿਆ ਹੈ 7, ਪਰ 7 ਦੇ ਪਾੜੇ 'ਤੇ 37 ਨਹੀਂ ਆਉਂਦਾ ਹੈ। ਇਹਦਾ ਮਤਲਬ ਇਹ ਸਾਡੇ ਕੋਲ ਨਹੀਂ, 7 ਦੇ ਪਾੜੇ 'ਤੇ ਨਹੀਂ ਜਾ ਰਿਹਾ ਹੈ, 7 ਦਾ ਪਾੜਾ ਕੱਟਿਆ ਗਿਆ ਹੈ। ਹੁਣ ਆਪਾਂ 247 ਨੂੰ 11 ਨਾਲ ਭਾਗ ਕਰਕੇ ਦੇਖਾਂਗੇ। ਅਤੇ 247 ਨੂੰ ਹੁਣ ਆਪਾਂ 11 ਨਾਲ ਭਾਗ ਕਰਨ ਜਾ ਰਹੇ ਹਾਂ।
11 दूनी 22, बकाया उतर गया 2, उपरों आ गया 7। 27 11 के पहाड़े ते नहीं जाता है, इसका मतलब 11 का पहाड़ा भी साडा कट्टिया गया है। हुण वारी आती है बेटा 13 के पहाड़े की, तो हुण आपां 13 नाल आपां करांगे। ध्यान नाल देखना सारिਆਂ ने। 247 नूं असी 13 नाल आपां करांगे। 13 एकम 13, 13 दूनी 26, तो 13 ही आएगा ना। तो 4 दे विचों 3 गए 1, 1 7, तो 13 नाया 117 ही हुंदा है। ਇਹਦਾ मतलब बिल्कुल सही। 13 के पहाड़े ते ये जा रहा है 19 ते, 19 तो आप ही अपने पहाड़े ते जाता है। 19 एकम 19, तो इस तरह साढ़े 1729 के जोड़े अभाज गुणनखंड ने वो बन चुके ने। आए ने 7 गुणा 13 गुणा 19, जो कि इस सवाल का साडा आंसर होएगा। उम्मीद कर रहे हैं कि तुहानूं समझ आ रहा है। असीं इहदा 6वां सवाल भी कंप्लीट कर लिया है। चंगी तरह वीडियोज़ नूं देखना है, समझण की कोशिश करनी है, तो उसके बाद इसनूं कापी ते भी करके देखना है। उदों ही तुहानूं बेटा क्वेश्चन की क्लैरिटी होएगी जदों तुसीं आप अपने आप कड्डोगे क्वेश्चन नूं। जेकर साडी मेहनत दा तुसीं इन्ना भी नहीं करदे, साडी इन्नी मेहनत ला रहे हैं असीं कि तुसीं क्वेश्चन नूं सॉल्व करके भी नहीं देख रहे हो, तो फिर साडी मेहनत का कोई फायदा नहीं। कि बेटा जरूर कोशिश कर रहे हो। जेकर किसी ने मेरे चैनल में अजे तक सबसक्राइब नहीं किया है तो जरूर कर दियो, ताकि मेरे अगले क्वेश्चनों की वीडियो उन्होंने फ़ोन पर अपने आप शो हो सके।